प्यारे बच्चियों ਤੁਹਾਨੂੰ ਸਾਰਿਆਂ ਨੂੰ ਨਵੰਬਰ ਦੇ ਪੈਸ ਟੈਸਟ ਦੀ ਡੇਟ ਸ਼ੀਟ ਤਾਂ ਮਿਲ ਹੀ ਗਈ ਹੈ ਨਾ ਬੱਚਿਓ। ਤੇ ਬੱਚਿਓ ਮੈਨੂੰ ਉਮੀਦ ਹੈ ਤੁਸੀਂ ਸਾਰਿਆਂ ਨੇ ਅੱਛੇ ਤਰੀਕੇ ਨਾਲ ਤਿਆਰੀ ਕੀਤੀ ਹੋਣੀ ਹੈ। ਤੇ ਬੇਟਾ ਤੁਹਾਡੀ ਤਿਆਰੀ ਨੂੰ ਹੋਰ ਪੱਕਾ ਕਰਨ ਲਈ ਡਿਪਾਰਟਮੈਂਟ ਵੱਲੋਂ ਸੈਂਪਲ ਪੇਪਰ ਭੇਜੇ ਗਏ ਹੈ। ਤੇ ਬੇਟਾ ਮੈਂ ਤੁਹਾਨੂੰ ਸੈਂਪਲ ਪੇਪਰਸ ਦੇ ਕੁਐਸਚਨਸ ਦੇ ਆਨਸਰਸ ਦੇ ਰਹੀ ਹਾਂ ਤਾਂ ਕਿ ਤੁਸੀਂ ਸੈਂਪਲ ਪੇਪਰ ਵਧੀਆ ਤਰੀਕੇ ਨਾਲ ਕਰ ਸਕੋ। ਤੇ ਇਹਦੇ ਨਾਲ ਬੇਟਾ ਤੁਹਾਨੂੰ ਪੇਪਰ ਦੇ ਵਿੱਚ ਕਾफ़ੀ ਹੈਲਪ ਮਿਲੂਗੀ। ਇਸ ਤੋਂ ਇਲਾਵਾ ਬੇਟਾ ਆਪਾਂ ਪਹਿਲਾਂ ਵੀ ਪੈਸ ਦੇ ਹੋਰ ਪੇਪਰਸ ਹੋਏ ਸੀ, ਰਿਵੀਜ਼ਨ ਟੈਸਟ ਹੋਏ ਸੀ ਤੇ ਹੋਰ ਵੀ ਬੇਟਾ ਇਸ ਤੋਂ ਇਲਾਵਾ ਬਹੁਤ ਵੀਡੀਓਜ਼ ਬਣਾਈਆਂ ਹੋਈਆਂ ਤੁਸੀਂ ਜਿਨ੍ਹਾਂ ਨੂੰ ਦੇਖ ਸਕਦੇ ਹੋ ਤੇ ਆਪਣੇ ਪੇਪਰ ਨੂੰ ਵਧੀਆ ਕਰਨ ਲਈ ਕੋਸ਼ਿਸ਼ ਕਰ ਸਕਦੇ ਹੋ। ਆਪਾਂ ਬੇਟਾ ਇਹਨਾਂ ਕੁਐਸਚਨਸ ਦੀ ਡਿਸਕਸ਼ਨ ਸ਼ੁਰੂ ਕਰਦੇ ਹਾਂ। ਆਪਣਾ ਫਸਟ ਕੁਐਸਚਨ ਹੈ, ਪਰਿਮੇय ਸੰਖਿਆ 1 ਦਾ ਗੁਣਾਤਮਕ ਉਲਟ ਕੀ ਹੈ? What is the multiplicative inverse of rational number 1? ਬੇਟਾ ਪਰਿਮੇय ਸੰਖਿਆ 1 ਦਾ ਮਲਟੀਪਲੀਕੇਟਿਵ ਇਨਵਰਸ 1 ਦਾ ਉਲਟ ਕੀ ਹੁੰਦਾ ਬੇਟਾ? 1 ਨੂੰ ਆਪਾਂ 1/1 ਲਿਖ ਸਕਦੇ ਹਾਂ ਨਾ, ਤੇ ਇਹਦਾ ਉਲਟ ਕਰਾਂਗੇ ਉਹ ਵੀ ਕਿੰਨਾ ਆਊਗਾ 1/1। ਇਹਦਾ ਮਤਲਬ ਪਰਿਮੇय ਸੰਖਿਆ 1 ਦਾ ਗੁਣਾਤਮਕ ਉਲਟ ਕੀ ਹੈ? 1। ਇਸ ਲਈ ਆਪਣਾ ਇਹ ਆਪਸ਼ਨ ਬਿਲਕੁਲ ਠੀਕ ਹੈ। ਠੀਕ ਹੈ ਬੇਟਾ। ਨੈਕਸਟ ਚੱਲਦੇ ਹਾਂ ਸੈਕਿੰਡ ਕੁਐਸਚਨ ਤੇ। 3/7 ਦੀ ਰਿਣਾਤਮਕ ਪਰਿਮੇय ਸੰਖਿਆ ਕਿਹੜੀ ਹੋਵੇਗੀ? ਬੇਟਾ 3/7 ਦੀ ਰਿਣਾਤਮਕ ਪਰਿਮੇय ਸੰਖਿਆ, ਤੇ ਰਿਣਾਤਮਕ ਹੈ ਤੇ ਬੇਟਾ ਕੀ ਅੱਗੇ ਲੱਗ ਜਾਏਗਾ ਮਾਈਨਸ, ਤੇ ਕੀ ਬਣ ਗਿਆ 3/7। ਇਸ ਲਈ ਇਹਦਾ ਆਂਸਰ ਕੀ ਹੋ ਗਿਆ? ਸੀ ਆਪਸ਼ਨ ਬੇਟਾ ਬਿਲਕੁਲ ਸਹੀ ਹੋ ਗਿਆ। ਠੀਕ ਹੈ ਬੇਟਾ। ਨੈਕਸਟ ਕੁਐਸਚਨ ਹੈ, ਜੇਕਰ ਕੋਈ ਸੰਖਿਆ 5 ਨਾਲ ਭਾਜਯੋਗ ਹੋਵੇ ਤਾਂ ਉਸ ਸੰਖਿਆ ਦੇ ਇਕਾਈ ਵਾਲੇ ਅੰਕ ਕੀ ਹੋਣਗੇ? ਬੇਟਾ ਕਿਸੇ ਵੀ ਸੰਖਿਆ ਦੇ 5 ਨਾਲ ਭਾਜਯੋਗ ਹੋਣ ਦੇ ਨਿਯਮ ਕੀ ਹੈ ਕਿ ਉਹਦਾ ਇਕਾਈ ਅੰਕ ਕੀ ਹੋਣਾ ਚਾਹੀਦਾ? ਜਾਂ ਤਾਂ 0 ਜਾਂ ਤਾਂ 5, ਜਾਂ 0 ਜਾਂ 5। ਠੀਕ ਹੈ। ਕਿਸੇ ਵੀ ਸੰਖਿਆ ਦਾ ਇਕਾਈ ਅੰਕ ਕੀ ਹੋਣਾ ਚਾਹੀਦਾ ਹੈ? 0 ਜਾਂ 5। ਇਸ ਲਈ ਆਪਣਾ ਸੀ ਆਪਸ਼ਨ ਠੀਕ ਹੈ। ਨੈਕਸਟ ਕੁਐਸਚਨ ਦੇਖਦੇ ਹਾਂ, a ਦਾ ਮੁੱਲ ਪਤਾ ਕਰੋ। ਹੁਣ ਬੇਟਾ ਇੱਥੇ ਤੁਸੀਂ ਧਿਆਨ ਨਾਲ ਦੇਖੋ, 3 1a 1a 3। ਹੁਣ ਤੁਸੀਂ ਦੇਖੋ ਬੇਟਾ ਇੱਥੇ a ਤੇ 3 ਇਹਨਾਂ ਦਾ ਜੋੜ ਕਰਕੇ ਜੋ ਵੀ ਸੰਖਿਆ ਆਏਗੀ ਉਹਦਾ ਇਕਾਈ ਅੰਕ ਕੀ ਹੈ? 1। ਠੀਕ ਹੈ। ਬਾਕੀ ਤਾਂ ਆਂਸਰ ਚਲੀ ਗਈ ਨਾ ਅਗਲੀ ਰਕਮ ਲਈ, ਤੇ ਇਕਾਈ ਅੰਕ ਕੀ ਹੋਣਾ ਚਾਹੀਦਾ? 1। ਬੇਟਾ ਹੁਣ 3 ਦੇ ਵਿੱਚ ਆਪਾਂ ਕੋਈ ਰਕਮ ਜੋੜਨੀ ਹੈ, ਹੁਣ 1 ਕਦੋਂ ਆਏਗਾ? 11 ਤੇ, ਹੈ ਨਾ। ਇਕਾਈ ਅੰਕ ਉਹਦਾ 1 ਤਾਂ ਹੀ ਹੋਊਗਾ ਜੇ 11 ਸੰਖਿਆ ਬਣੇਗੀ। ਇਹਦਾ ਮਤਲਬ ਇਹ ਕਿੰਨਾ ਹੋ ਸਕਦਾ ਹੈ? 8। ਇਹ ਕਿੰਨਾ ਹੋ ਸਕਦਾ ਹੈ? 8। ਹੁਣ ਮੰਨ ਲਓ ਆਪਾਂ a ਨੂੰ 8 ਲੈ ਲੈਂਦੇ ਹਾਂ, ਤੇ 8 ਤੇ 3 ਕਿੰਨਾ ਬਣ ਗਿਆ? 11। ਇੱਕ ਆਂਸਰ ਆ ਗਈ ਨਾ ਅੱਗੇ ਫਿਰ ਨੀਚੇ 1 ਲਿਖਿਆ ਹੋਇਆ ਹੈ ਨਾ। ਹੁਣ ਆਪਾਂ ਇੱਥੇ ਕੀ ਲੈ ਕੇ ਚੱਲ ਰਹੇ ਹਾਂ? 8। ਮੰਨ ਲਓ ਇਹ 8 ਲੈ ਕੇ ਚੱਲ ਰਹੇ ਹਾਂ ਨਾ, 8 ਤੇ 2 ਕਿੰਨਾ ਬਣ ਗਿਆ? 10, ਹੈ ਨਾ। 10 ਬਣ ਗਿਆ। ਅੱਗੇ ਆਪਣੇ ਕੋਲ 3 ਤੇ 1 ਲਿਖਿਆ ਹੋਇਆ, ਇੱਥੋਂ ਇੱਕ ਆਂਸਰ ਫੇਰ ਆਈ ਸੀ, ਇਹ ਕਿੰਨਾ ਬਣ ਗਿਆ? 5। ਆ ਦੇਖੋ ਬਣ ਗਿਆ ਨਾ 501। ਇਹਦਾ ਮਤਲਬ ਇਹ ਕਿੰਨਾ ਹੋਣਾ ਚਾਹੀਦਾ ਹੈ? 8। ਡੀ ਆਪਸ਼ਨ ਇਹਦਾ ਬਿਲਕੁਲ ਸਹੀ ਹੈ। ਠੀਕ ਹੈ ਬੇਟਾ। ਨੈਕਸਟ ਚੱਲਦੇ ਹਾਂ, ਚਿੱਤਰ ਵਿੱਚ x ਦਾ ਮਾਪ ਪਤਾ ਕਰੋ। ਬੇਟਾ ਆਪਾਂ x ਦੱਸਣਾ। ਹੁਣ ਇੱਥੇ ਦੇਖੋ ਬੱਚਿਓ, ਆਹ ਵਾਲਾ 90 ਡਿਗਰੀ ਦਾ ਕੋਣ ਹੈ, ਇਹਦਾ ਮਤਲਬ ਆਹ 90 ਦਾ ਹੋਇਆ ਨਾ ਬੇਟਾ। ਹੁਣ ਆਪਣੇ ਕੋਲ ਚਤੁਰਭੁਜ ਦੇ 4 ਕੋਣ ਹੋ ਗਏ, ਇਹਦੇ ਵਿੱਚੋਂ ਇੱਕ 90 ਹੈ, ਦੂਜਾ 70 ਹੈ, ਤੀਜਾ 60 ਹੈ, ਤੇ ਚੌਥਾ ਆਪਣੇ ਕੋਲ x ਹੈ। ਚਤੁਰਭੁਜ ਦੇ ਚਾਰੇ ਕੋਣਾਂ ਦਾ ਜੋੜ 360 ਹੁੰਦਾ ਹੈ ਨਾ ਬੱਚਿਓ। ਤੇ ਹੁਣ ਆਪਾਂ ਇਹਨਾਂ ਤਿੰਨਾਂ ਦਾ ਜੋੜ ਕਰਦੇ ਹਾਂ, 90 70 ਤੇ 60। 90 ਤੇ 70 160, 160 ਦੇ ਵਿੱਚ 60 ਜੋੜੇ 220, ਹੈ ਨਾ ਬੇਟਾ। ਪਲੱਸ x ਬਰਾਬਰ 360, ਤੇ ਆਪਣੇ ਕੋਲ x ਕਿੰਨਾ ਆ ਗਿਆ? 360 ਵਿੱਚੋਂ 220 ਗਏ 140 ਡਿਗਰੀ। x ਕਿੰਨਾ ਹੋ ਗਿਆ ਬੇਟਾ? 140 ਡਿਗਰੀ। ਠੀਕ ਹੈ ਬੇਟਾ। ਡੀ ਆਪਸ਼ਨ ਇਹਦੇ ਲਈ ਬਿਲਕੁਲ ਸਹੀ ਜਵਾਬ ਹੈ। ਠੀਕ ਹੈ ਬੱਚਿਓ। ਅੱਗੇ ਚੱਲਦੇ ਹਾਂ, 4 ਅੰਕਾਂ ਵਾਲੀ ਵੱਡੀ ਤੋਂ ਵੱਡੀ ਪੂਰਨ ਵਰਗ ਸੰਖਿਆ ਦੱਸੋ। ਬੇਟਾ ਹੁਣ ਦੇਖੋ 4 ਅੰਕਾਂ ਵਾਲੀ ਸੰਖਿਆ ਆਪਾਂ ਨੂੰ ਕਹੀ ਹੋਈ ਹੈ। 4 ਅੰਕਾਂ ਵਾਲੀ ਸਭ ਤੋਂ ਵੱਡੀ ਸੰਖਿਆ ਕਿਹੜੀ ਹੁੰਦੀ ਹੈ? 4 9, ਹੈ ਨਾ, 9999। ਆਪਾਂ ਹੁਣ ਇਹਦਾ ਵਰਗ ਪਤਾ ਕਰਦੇ ਹਾਂ ਕਿੰਨਾ ਬਣਦਾ ਹੈ। ਠੀਕ ਹੈ।
ਹੁਣ ਦੇਖੋ ਜਦੋਂ ਆਪਾਂ ਪਿੱਛੋਂ ਜੋੜੇ ਬਣਾਉਣੇ ਸ਼ੁਰੂ ਕਰਾਂਗੇ, ਆਪਾਂ ਇਕਾਈ ਥਾਂ ਤੋਂ ਜੋੜੇ ਬਣਾਉਣੇ ਸ਼ੁਰੂ ਕਰਾਂਗੇ ਤੇ ਦੇਖੋ ਅੱਗੇ ਕੀ ਹੈ। ਪਹਿਲਾ ਜੋੜਾ ਬਣਿਆ ਇੱਥੇ ਖੱਬੇ ਪਾਸੇ 99, 99 ਦੇ ਨੀਚੇ ਬੇਟਾ ਕਿਹੜਾ ਵਰਗ ਆ ਸਕਦਾ? 81 ਹੈ ਨਾ, 9 ਨਾਮ 81, ਕਿਉਂਕਿ 8 ਦਾ ਵਰਗ 64 ਛੋਟਾ ਬਣ ਗਿਆ, 10 ਦਾ ਵਰਗ 100 ਵੱਡਾ ਬਣ ਗਿਆ ਤੇ ਇੱਥੇ ਆ ਜਾਊਗਾ 81। ਠੀਕ ਹੈ ਬੱਚਿਓ। ਹੁਣ 99 ਵਿੱਚੋਂ 81 ਗਏ, ਆਪਣੇ ਕੋਲ ਕਿੰਨਾ ਆ ਗਿਆ? 18। ਤੇ ਆਪਾਂ ਉੱਪਰੋਂ ਇੱਕ ਵਰਗ ਉਤਾਰ ਲਿਆ, ਹੋਰ ਪੇਅਰ ਉਤਾਰ ਲਿਆ ਹੋਰ 99। ਹੁਣ ਦੇਖੋ 9 ਤੇ 9 ਦਾ ਜੋੜ ਲਿਖਾਂਗੇ ਆਪਾਂ ਇੱਥੇ 18। ਠੀਕ ਹੈ। ਹੁਣ ਆਪਾਂ ਇੱਥੇ 9 ਨਾਲ ਹੀ ਕਰਕੇ ਦੇਖਦੇ ਹਾਂ। 9 ਨਾਲ ਜਦੋਂ ਆਪਾਂ ਕਰਕੇ ਦੇਖਿਆ ਤੇ ਆਪਣੇ ਕੋਲ ਕਿੰਨਾ ਆਇਆ? 8 ਆਂਸਰ ਆ ਗਈ ਬੇਟਾ। 18 ਨੂੰ 8 ਨੂੰ ਫਿਰ ਆਪਾਂ 9 ਨਾਲ ਕੀਤਾ। ਠੀਕ ਹੈ, 8 ਨੂੰ 9 ਨਾਲ ਕੀਤਾ, 9 8 72 ਤੇ ਆਪਣੇ ਕੋਲ 8 ਆਂਸਰ ਆਈ ਸੀ 80। 8 ਬਣ ਗਿਆ, 9 ਤੇ 8 17। ਹੁਣ ਦੇਖੋ ਬੇਟਾ ਇੱਥੇ ਕਿੰਨਾ ਆਇਆ ਆਪਣੇ ਕੋਲ? ਮਾਈਨਸ ਕਰਕੇ 198। ਇਹਦਾ ਮਤਲਬ ਆਪਾਂ ਨੂੰ ਕਿਹਾ ਸੀ ਵੱਡੀ ਤੋਂ ਵੱਡੀ ਸੰਖਿਆ ਪਤਾ ਕਰੋ, ਹੈ ਨਾ। 4 ਅੰਕਾਂ ਵਾਲੀ ਵੱਡੀ ਤੋਂ ਵੱਡੀ ਪੂਰਨ ਵਰਗ ਸੰਖਿਆ। ਹੁਣ ਬੇਟਾ ਆਪਾਂ 4 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਲੈ ਲਈ, ਬਟ ਇਹ ਪੂਰਨ ਵਰਗ ਨਹੀਂ ਬਣੀ। ਕਿਉਂ ਨਹੀਂ ਬਣੀ? ਕਿਉਂਕਿ ਇਹਦੇ ਕੋਲ ਆਪਣੇ ਕੋਲ ਬਾਕੀ ਕਿੰਨਾ ਆ ਗਿਆ ਇਸ ਰਕਮ ਲਈ? 198। ਇਹਦਾ ਮਤਲਬ ਇਹ ਰਕਮ 198 ਵੱਡੀ ਹੈ, ਪੂਰਨ ਵਰਗ ਸੰਖਿਆ ਤੋਂ 198 ਵੱਡੀ ਹੈ। ਇਹਦਾ ਮਤਲਬ ਜੇ ਆਪਾਂ 9999 ਵਿੱਚੋਂ ਕੀ ਘਟਾ ਦਈਏ? 198 ਤੇ ਆਪਣੇ ਕੋਲ ਪੂਰਨ ਵਰਗ ਸੰਖਿਆ ਆ ਜਾਏਗੀ। ਕਿੰਨਾ ਆਇਆ ਬੇਟਾ? 9801। ਕਿੰਨਾ ਆ ਗਿਆ? 9801। 9801 ਪੂਰਨ ਵਰਗ ਸੰਖਿਆ ਹੈ ਜਿਹੜੀ 4 ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਹੈ। ਠੀਕ ਹੈ ਬੇਟਾ, ਆਪਣਾ ਬੀ ਆਪਸ਼ਨ ਠੀਕ ਹੈ। ਹੁਣ ਆਪਾਂ ਬੇਟਾ ਨੈਕਸਟ ਕੁਐਸਚਨ ਤੇ ਚੱਲਦੇ ਹਾਂ। ਇੱਕ ਵਸਤੂ ਅੰਕਿਤ ਮੁੱਲ 80 ਰੁਪਏ ਦੀ ਹੈ ਅਤੇ ਇਹ 76 ਰੁਪਏ ਵਿੱਚ ਵਿਕਦੀ ਹੈ, ਫਿਰ ਕਟੌਤੀ ਦੀ ਦਰ ਪਤਾ ਕਰੋ। ਦੇਖੋ ਬੇਟਾ ਵਸਤੂ ਦਾ ਅੰਕਿਤ ਮੁੱਲ ਕਿੰਨਾ ਹੈ? 80 ਰੁਪਏ। ਕਿੰਨਾ ਹੈ ਬੇਟਾ? 80 ਰੁਪਏ। ਤੇ ਵਿਕਦੀ ਕਿੰਨੇ 'ਚ ਹੈ? 76 ਰੁਪਏ 'ਚ। ਇਹਦਾ ਮਤਲਬ 4 ਰੁਪਏ ਕੀ ਹੋ ਗਈ? ਕਟੌਤੀ। ਆਪਾਂ ਕਟੌਤੀ ਦੀ ਦਰ ਪਤਾ ਕਰਨੀ ਹੈ ਤੇ ਕੀ ਫਾਰਮੂਲਾ ਹੁੰਦਾ ਬੇਟਾ? 4 ਰੁਪਏ ਕਟੌਤੀ ਹੋਈ, ਹੈ ਨਾ। ਕਿੰਨੇ ਅੰਕਿਤ ਮੁੱਲ ਦੇ ਉੱਪਰ? 80 ਰੁਪਏ ਦੇ ਉੱਪਰ, ਹੈ ਨਾ। ਤੇ 100 ਦੇ ਉੱਪਰ ਕਿੰਨੀ ਹੋਏਗੀ? ਹੁਣ ਆਪਾਂ ਇਹਨੂੰ 100 ਨਾਲ ਗੁਣਾ ਕਰਕੇ ਦੇਖਦੇ ਹਾਂ। ਆਹ ਦੇਖੋ ਬੇਟਾ ਕਿੰਨਾ ਆਇਆ? ਕਿੰਨਾ ਬਣ ਗਿਆ? 5। ਇਹਦਾ ਮਤਲਬ 5% ਹੈ ਕਟੌਤੀ ਦੀ ਦਰ। ਠੀਕ ਹੈ ਬੇਟਾ, ਇਹਦਾ ਇਹ ਆਪਸ਼ਨ ਬਿਲਕੁਲ ਠੀਕ ਹੈ। ਹੁਣ ਆਪਾਂ ਨੈਕਸਟ ਕੁਐਸਚਨ ਤੇ ਚੱਲਦੇ ਹਾਂ। ਹੇਠਾਂ ਦਿੱਤੇ ਚਿੱਤਰ ਗੰਜ ਵਿੱਚ ਇੱਕ ਸਮਾਂਤਰ ਚਤੁਰਭੁਜ ਹੈ, y ਪਤਾ ਕਰੋ। ਗਨ ਕੀ ਹੈ? ਸਮਾਂਤਰ ਚਤੁਰਭੁਜ। ਆਪਾਂ ਕੀ ਪਤਾ ਕਰਨਾ ਹੈ? y ਪਤਾ ਕਰਨਾ ਹੈ। ਬੇਟਾ ਸਮਾਂਤਰ ਚਤੁਰਭੁਜ ਜਿਹੜਾ ਹੁੰਦਾ ਹੈ ਉਹਦੇ ਵਿੱਚ ਕੀ ਹੁੰਦੀ ਹੈ? ਸਨਮੁਖ ਭੁਜਾਵਾਂ ਕੀ ਹੁੰਦੀਆਂ ਨੇ? ਬਰਾਬਰ। ਠੀਕ ਹੈ, ਇਹਦਾ ਮਤਲਬ 3y - 1 ਕਿਹਦੇ ਬਰਾਬਰ ਹੋਇਆ? 26 ਦੇ। 3y ਬਰਾਬਰ 26 ਜਮਾ 1। 26 ਦੇ ਵਿੱਚ 1 ਜੋੜੇ 27 ਤੇ y ਕਿੰਨਾ ਬਣਿਆ ਬੇਟਾ? 27/3। ਕੱਟ ਕੇ ਕਿੰਨਾ ਆਇਆ? 9। ਇਹਦਾ ਮਤਲਬ y ਕਿੰਨਾ ਆ ਗਿਆ? 9। ਆਪਾਂ ਨੂੰ y ਪਤਾ ਕਰਨਾ ਸੀ ਨਾ ਬੇਟਾ, ਤੇ y 9 ਆਪਣੇ ਕੋਲ ਇਹ ਆਪਸ਼ਨ ਦੇ ਵਿੱਚ ਦੇ ਰੱਖਿਆ ਹੈ। ਇਹ ਆਪਸ਼ਨ ਬਿਲਕੁਲ ਠੀਕ ਜਵਾਬ ਹੈ। ਠੀਕ ਹੈ ਬੱਚਿਓ, ਨੈਕਸਟ ਕੁਐਸਚਨ ਤੇ ਚੱਲਦੇ ਹਾਂ। 2p² 3pq ਦਾ ਗੁਣਨਫਲ ਪਤਾ ਕਰੋ। ਠੀਕ ਹੈ ਬੇਟਾ, 2p ਗੁਣਾ 2p² ਗੁਣਾ 3pq, ਇਹਦਾ ਗੁਣਨਫਲ ਕਿੰਨਾ ਆਏਗਾ? ਪਹਿਲਾਂ ਅੰਕ ਗੁਣਾ ਕਰ ਲਓ ਬੇਟਾ। 2 2 ਤੇ 3, 2 ਦੂਏ 4 ਤੀਏ 12। ਹੁਣ p ਦੀ ਘਾਤ ਦੇਖ ਲਓ। p ਇੱਥੇ 1 ਹੈ, ਇੱਥੇ 2 ਹੈ, ਫਿਰ 1 ਹੈ। ਕਿੰਨੀ ਬਣ ਗਈ? 4 ਘਾਤ। q ਦੀ ਦੇਖੋ ਬੇਟਾ, ਪਹਿਲੇ ਵਾਲੇ 'ਚ ਕੋਈ ਨਹੀਂ ਹੈ, ਦੂਜੇ 'ਚ q ਦੀ ਘਾਤ 1, ਤੀਸਰੇ 'ਚ ਵੀ q ਦੀ ਘਾਤ 1। ਕਿੰਨੀ ਬਣ ਗਈ? 2। 12 p ਦੀ ਘਾਤ 4 q ਦੀ ਘਾਤ 2। ਮਤਲਬ ਬੀ ਆਪਸ਼ਨ ਠੀਕ ਹੈ। 12 p ਦੀ ਘਾਤ 4 q ਦੀ ਘਾਤ 2। ਠੀਕ ਹੈ ਬੇਟਾ, ਨੈਕਸਟ ਕੁਐਸਚਨ ਤੇ ਚੱਲਦੇ ਹਾਂ। ਮੂਲ ਬਿੰਦੂ ਦੇ ਨਿਰਦੇਸ਼ਾਂਕ ਕੀ ਹੁੰਦੇ ਹੈ? ਬੇਟਾ ਮੂਲ ਬਿੰਦੂ ਦੇ ਨਿਰਦੇਸ਼ਾਂਕ ਕੀ ਹੁੰਦੇ ਹੈ? ਮੂਲ ਬਿੰਦੂ ਦੇ ਨਿਰਦੇਸ਼ਾਂਕ ਹੁੰਦੇ ਹੈ
0 0। ठीक है ना, जिथे एक्स ਧੁਰਾ ਤੇ वाई ਧੁਰਾ एक दूजे ਨੂੰ ਕੱਟਦੇ ਨੇ ਉਹ ਕਿਹੜਾ ਬਿੰਦੂ ਹੁੰਦਾ ਹੈ, ਮੂਲ ਬਿੰਦੂ, ਤੇ ਇਹਦੇ ਨਿਰਦੇਸ਼ਾਂਕ ਕਿਹੜੇ ਹੁੰਦੇ ਆ, 0 0। ਠੀਕ ਹੈ ਬੇਟਾ, ਹੁਣ ਆਪਾਂ ਨੈਕਸਟ ਕੁਐਸਚਨ ਤੇ ਚੱਲਦੇ ਹਾਂ। ਦਿੱਤੇ ਹੋਏ ਪਹੀਏ ਨੂੰ ਘੁਮਾਉਣ ਤੇ ਹਰਾ ਰੰਗ ਪ੍ਰਾਪਤ ਕਰਨ ਦੀ ਸੰਭਾਵਨਾ, मतलब जी ਪ੍ਰਾਪਤ ਕਰਨ ਦੀ ਸੰਭਾਵਨਾ। ਬੇਟਾ ਦੇਖੋ ਹੁਣ ਜੀ ਆਪਾਂ ਦੇਖਣਾ ਹੈ। ਹੁਣ ਪਹਿਲਾਂ ਤਾਂ ਆਪਾਂ ਇਹ ਦੇਖਾਂਗੇ ਇਹ ਜਦੋਂ ਘੁਮਾ ਰਿਹਾ ਹੈ ਤੇ ਕਿੰਨੇ ਆਪਾਂ ਨੂੰ ਪੋਸੀਬਲ ਨਤੀਜੇ ਨੇ। ਦੇਖੋ ਕਾਊਂਟ ਕਰੋ, 1 2 3 4 5 6 7 8। ਇਹਦਾ ਮਤਲਬ ਕੁੱਲ ਪਰਿਣਾਮ ਕਿੰਨੇ ਹੋ ਗਏ, 8। ਹੁਣ ਆਪਾਂ ਨੂੰ ਕੀ ਚਾਹੀਦੇ, ਅਨੁਕੂਲ ਪਰਿਣਾਮ ਮਤਲਬ ਜੀ, ਉਹ ਕਿੰਨੇ ਹੋ ਗਏ, 1 2 3 4 5। ਕਿੰਨੇ ਹੋ ਗਏ, 5। ਜੀ ਕਿੰਨੀ ਵਾਰ ਹੈ, 5 ਵਾਰ। ਇਹ ਕੀ ਬਣ ਗਿਆ, 5/8। ਇਹਦਾ ਮਤਲਬ ਇਹਦਾ ਬੀ ਆਪਸ਼ਨ ਠੀਕ ਹੈ। ਕੀ ਹੈ, 5/8। ਠੀਕ ਹੈ ਬੇਟਾ, ਨੈਕਸਟ ਕੁਐਸਚਨ ਤੇ ਚੱਲਦੇ ਹਾਂ। ਜਿਸ ਚਤੁਰਭੁਜ ਦੀਆਂ ਚਾਰੇ ਭੁਜਾਵਾਂ ਬਰਾਬਰ ਹੋਣ ਉਸ ਨੂੰ ਕੀ ਕਹਿੰਦੇ ਹਾਂ। ਜਿਸ ਚਤੁਰਭੁਜ ਦੀਆਂ ਚਾਰੇ ਭੁਜਾਵਾਂ ਬਰਾਬਰ ਹੋਣ। ਬੇਟਾ ਦੇਖੋ ਆਪਾਂ ਆਪਸ਼ਨਸ ਪੜ੍ਹਦੇ ਹਾਂ। ਜਿਹੜਾ ਸਮਾਂਤਰ ਚਤੁਰਭੁਜ ਹੁੰਦਾ ਨਾ ਬੇਟਾ, ਇਹਦੀਆਂ ਆਮਣੇ ਸਾਹਮਣੇ ਦੀਆਂ ਭੁਜਾਵਾਂ ਬਰਾਬਰ ਹੁੰਦੀਆਂ ਨੇ। ਸਮਲੰਬ ਚਤੁਰਭੁਜ ਹੈ ਬੇਟਾ, ਇਹਦੇ ਵਿੱਚ ਆਮਣੇ ਸਾਹਮਣੇ ਦੀਆਂ ਭੁਜਾਵਾਂ ਦਾ ਇੱਕੋ ਹੀ ਪੇਅਰ ਕੀ ਹੁੰਦਾ ਹੈ, ਪੈਰਲਲ ਹੁੰਦਾ ਹੈ। ਬਰਾਬਰ ਤਾਂ ਬੇਟਾ ਉਹ ਵੀ ਨਹੀਂ ਹੁੰਦਾ। ਹੁਣ ਬੇਟਾ ਜਿਹੜਾ ਸਮ ਚਤੁਰਭੁਜ ਹੈ, ਸਮ ਚਤੁਰਭੁਜ ਇਹੋ ਜਿਹਾ ਚਤੁਰਭੁਜ ਹੈ ਜਿਹਦੀਆਂ ਚਾਰੇ ਭੁਜਾਵਾਂ ਬਰਾਬਰ ਹੁੰਦੀਆਂ ਨੇ, ਜਿਹਦੀਆਂ ਚਾਰੇ ਭੁਜਾਵਾਂ ਬਰਾਬਰ ਹੁੰਦੀਆਂ ਨੇ। ਠੀਕ ਹੈ ਬੇਟਾ, ਜਿਹਦੀਆਂ ਆਪਾਂ ਚਾਰੇ ਭੁਜਾਵਾਂ ਕੀ ਕਹਿ ਸਕਦੇ ਨੇ, ਬਰਾਬਰ ਹੁੰਦੀਆਂ ਨੇ। ਤੇ ਸਮ ਬਹੁਭੁਜ, ਸਮ ਬਹੁਭੁਜ ਦਾ ਮਤਲਬ ਬੇਟਾ ਉਹ ਵਾਲਾ ਬਹੁਭੁਜ ਹੈ ਜਿਹਦੀਆਂ ਸਾਰੀਆਂ ਭੁਜਾਵਾਂ ਬਰਾਬਰ ਹੋਣ। ਹੁਣ ਭਾਵੇਂ ਬੇਟਾ ਇਹ ਚਤੁਰਭੁਜ ਵੀ ਹੋ ਸਕਦਾ ਹੈ, ਪੰਜਭੁਜ ਵੀ ਹੋ ਸਕਦਾ ਹੈ, 6 ਭੁਜ ਵੀ ਹੋ ਸਕਦਾ ਹੈ। ਠੀਕ ਹੈ, ਬਹੁਭੁਜ ਦਾ ਮਤਲਬ ਬਹੁਤ ਸਾਰੀਆਂ ਭੁਜਾਵਾਂ ਵਾਲਾ। ਆਪਾਂ ਨੂੰ ਪੁੱਛੇ ਚਤੁਰਭੁਜ ਤੇ ਉਹਦੇ ਲਈ ਆਨਸਰ ਕਿਹੜਾ ਰਹੂਗਾ ਇਹਦਾ ਸਹੀ, ਸੀ ਆਪਸ਼ਨ, ਸਮ ਚਤੁਰਭੁਜ। ਠੀਕ ਹੈ ਬੇਟਾ, ਨੈਕਸਟ ਕੁਐਸਚਨ ਤੇ ਚੱਲਦੇ ਹਾਂ। ਕਿਸੇ ਸੰਖਿਆ ਦੇ ਦੁੱਗਣੇ ਵਿੱਚ 5 ਜੋੜਨ ਤੇ ਵਿਅੰਜਕ ਪ੍ਰਾਪਤ ਹੁੰਦਾ ਹੈ। ਕਿਸੇ ਸੰਖਿਆ ਦੇ ਦੁੱਗਣੇ ਵਿੱਚ, ਆਪਾਂ ਸੰਖਿਆ ਮੰਨ ਲਈ x, ਉਸ ਦੇ ਦੁੱਗਣੇ ਵਿੱਚ ਕੀ ਜੋੜਿਆ, 5 ਜੋੜਿਆ। ਸੰਖਿਆ ਦੇ ਦੁੱਗਣੇ ਵਿੱਚ 5 ਜੋੜਨ ਤੇ ਸਾਨੂੰ 2x + 5 ਪ੍ਰਾਪਤ ਹੁੰਦਾ ਹੈ, ਮਤਲਬ ਬੀ ਆਪਸ਼ਨ ਪ੍ਰਾਪਤ ਹੁੰਦੀ ਹੈ। ਠੀਕ ਹੈ ਬੇਟਾ, ਨੈਕਸਟ ਚੱਲਦੇ ਹਾਂ। 4x + 3 = 4 + 3x ਵਿੱਚ x ਦਾ ਮੁੱਲ। ਬੇਟਾ ਇਹਦੇ ਵਿੱਚ ਦੇਖੋ ਆਪਾਂ ਕੀ ਕਰਾਂਗੇ, ਪਹਿਲਾਂ ਤਾਂ ਤੁਸੀਂ ਇਸ 'ਚ ਨਾ x ਵਾਲੀਆਂ ਰਕਮਾਂ ਇੱਕ ਪਾਸੇ ਕਰ ਲਓ। ਇੱਥੇ 4x ਹੈ ਅਤੇ ਇੱਥੇ 3x ਹੈ। ਜਮਾ ਦੇ 3x ਨੂੰ ਦੂਜੇ ਪਾਸੇ ਲਿਆਓਗੇ, ਮਾਈਨਸ ਦੇ 3x ਬਰਾਬਰ ਆ ਕੀ ਆਪਣੇ ਕੋਲ ਇਸ ਪਾਸੇ 4 ਤਾਂ ਹੈਗਾ ਹੀ ਹੈ, +3 ਨੂੰ ਇਸ ਪਾਸੇ ਲਿਆਓ, -3। 4x ਵਿੱਚੋਂ 3x ਗਏ, 1x, 4 ਚੋਂ 3 ਗਏ 1, ਆਪਣੇ ਕੋਲ x ਕਿੰਨਾ ਆ ਗਿਆ, 1। ਇਸ ਲਈ ਇਹਦਾ ਬੀ ਆਪਸ਼ਨ ਬਿਲਕੁਲ ਸਹੀ ਜਵਾਬ ਹੈ ਬੇਟਾ। ਠੀਕ ਹੈ ਬੇਟਾ, ਨੈਕਸਟ ਚੱਲਦੇ ਹਾਂ। ਇੱਕ ਸਮਭੁਜੀ ਬਹੁਭੁਜ ਦੇ ਹਰੇਕ ਬਾਹਰੀ ਕੋਣ ਦਾ ਮਾਪ 45 ਡਿਗਰੀ ਹੈ। ਭੁਜਾਵਾਂ ਦੀ ਸੰਖਿਆ ਪਤਾ ਕਰੋ। ਬੇਟਾ ਸਮਭੁਜੀ ਬਹੁਭੁਜ, ਇਹਦੇ ਬਾਹਰੀ ਕੋਣ ਦਾ ਮਾਪ ਦੇ ਰੱਖਿਆ ਹੈ 45। ਬੇਟਾ ਇਹਦੇ ਜਿੰਨੇ ਵੀ ਭੁਜਾਵਾਂ ਹੁੰਦੀਆਂ ਨੇ ਉਹ ਆਪਾਂ ਮੰਨ ਲੈਂਦੇ ਹਾਂ n। ਜਿੰਨੀਆਂ ਭੁਜਾਵਾਂ ਹੁੰਦੀਆਂ ਅਤੇ ਜਿੰਨਾ ਇੱਕ ਕੋਣ ਦਾ ਮਾਪ ਹੈ ਉਹਨਾਂ ਨੂੰ ਗੁਣਾ ਕਰਕੇ ਕਿੰਨਾ ਆਉਣਾ ਚਾਹੀਦਾ ਹੈ, 360। ਠੀਕ ਹੈ, ਕਿਉਂਕਿ ਸਮਭੁਜੀ ਬਹੁਭੁਜ ਦੇ ਬਾਹਰੀ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ, 360। ਅਤੇ ਸਮਭੁਜੀ ਹੈ ਬੇਟਾ, ਸਮਭੁਜੀ ਬਹੁਭੁਜ ਦੇ ਬਾਹਰੀ ਕੋਣ ਕੀ ਹੁੰਦੇ ਨੇ, ਬਰਾਬਰ। ਕੀ ਹੁੰਦੇ ਨੇ, ਬਰਾਬਰ। ਅਤੇ ਉਹ ਕਿੰਨੇ ਦੇ ਰੱਖੇ ਹੈ, 45 ਡਿਗਰੀ ਦੇ। ਹੁਣ ਆਪਾਂ ਇਹ ਦੱਸਣੇ ਹੈ ਕਿ ਭੁਜਾਵਾਂ ਕਿੰਨੀਆਂ ਹੋਣਗੀਆਂ। ਜੇ ਹਰੇਕ ਕੋਣ 45 ਡਿਗਰੀ ਦਾ ਹੁੰਦਾ ਅਤੇ ਉਹਨਾਂ ਦਾ ਜੋੜ 360 ਹੈ, ਅਤੇ ਆਪਾਂ ਇਹ ਦੇਖਣਾ ਕਿ 45 ਕਿੰਨੀ ਵਾਰ ਆਏਗਾ, ਮਤਲਬ ਕਿੰਨੀਆਂ ਭੁਜਾਵਾਂ ਨੇ। ਆਪਾਂ ਕੀ ਕਰਾਂਗੇ, n ਨੂੰ ਇਸ ਪਾਸੇ ਹੀ ਰੱਖਾਂਗੇ, 360/45। ਅਤੇ ਕੱਟ ਕੇ ਕਿੰਨਾ ਆਇਆ ਬੇਟਾ ਆਪਣੇ ਕੋਲ, 8। ਕਿੰਨਾ ਆ ਗਿਆ, 8। ਇਹਦਾ ਮਤਲਬ ਇਹਦੀਆਂ 8 ਭੁਜਾਵਾਂ ਹੈ। ਇਹ ਆਪਸ਼ਨ ਬਿਲਕੁਲ ਸਹੀ ਜਵਾਬ ਹੈ। ਠੀਕ ਹੈ ਬੇਟਾ, ਨੈਕਸਟ ਚੱਲਦੇ ਹਾਂ। 100 ਦੀ ਘਾਤ 3, 100 ਦੀ ਘਾਤ 3। ਦੇਖੋ ਬੇਟਾ ਇਹਨੂੰ ਕਿਵੇਂ ਕਰਾਂਗੇ, 100 ਦੀ ਘਾਤ 3, 100 ਨੂੰ ਇਹਦਾ ਮਤਲਬ
कितनी बार लिखना है? 3 बार, है ना बेटा। 100 नूं कितनी बार लिखिए? 3 बार। तो कितना बन गया? कितनी जीरो हो गया? 6, 2 4 6। तो किहड़ी ऑप्शन दे विच दे रखे आपां नूं? सी ऑप्शन च। सी ऑप्शन इहदा बिल्कुल सही जवाब है। नैक्सट चलते हैं बेटा, तत्समक पूरा करो। फॉर्मूला पुछया होया बेटा आपां नूं a माइनस बी दी घात 2 दा। आपां नूं बहुत अच्छे तरीके नाल आंदा है। की फॉर्मूला हुंदा है? a दी घात 2 प्लस b दी घात 2 माइनस 2ab। ਇਹ ਇਹਦਾ ਫਾਰਮੂਲਾ ਹੁੰਦਾ ਹੈ। ਠੀਕ ਹੈ ਬੇਟਾ, ਤੇ ਇਸ ਲਈ ਆਪਣੇ ਕੋਲ ਬੀ ਆਪਸ਼ਨ ਠੀਕ ਹੈ ਬੇਟਾ। ਓਕੇ ਬੇਟਾ, ਨੈਕਸਟ ਚੱਲਦੇ ਹਾਂ। ਰੀਟਾ ਅਤੇ ਰੇਣੂ ਇੱਕੋ ਹੀ ਜਮਾਤ ਵਿੱਚ ਪੜ੍ਹਦੀਆਂ ਹਨ। 3 ਵਿਸ਼ੇ ਦੇ ਅੰਕ ਉਹਨਾਂ ਦੇ ਹੇਠ ਲਿਖੇ ਅਨੁਸਾਰ ਹਨ। ਤਾਂ ਪਤਾ ਕਰੋ ਕਿਸ ਦੇ ਅੰਕ ਰਸਾਇਣਿਕ ਵਿਗਿਆਨ ਵਿੱਚੋਂ ਘੱਟ ਹਨ। ਆ ਦੇਖੋ ਬੇਟਾ, ਆ ਰਸਾਇਣਿਕ ਵਿਗਿਆਨ ਹੈ ਨਾ। बेटा रसायनिक विज्ञान दे विच हुण देखो, ये जिहड़े लाल वाले जा रहे हैं वो किन्ने जा रहे हैं? 76। तो जिहड़ी ग्रीन लाइन जा रही है वो किन्नी जा रही है? 82। ठीक है बेटा, 76 ते 82। लाल किन्नी हो गई? 76 ते ग्रीन किन्नी होगी? 82। हुण बेटा आपां नूं ये दस रखे है कि लाल निशान रीटा लई है ते हरा निशान रेनू लई है ना। ਇਹਦਾ मतलब ਰੀਟਾ ਦੇ अंक ਰਸਾਇਣਿਕ ਵਿਗਿਆਨ ਵਿੱਚ ਰੇਨੂ ਦੇ अंक ਤੋਂ ਘੱਟ ਹਨ। ਤੇ ਆਪਾਂ ਨੂੰ ਪੁੱਛਿਆ ਕੀ ਹੋਇਆ ਹੈ ਕਿ ਕਿਸ ਦੇ अंक ਰਸਾਇਣਿਕ ਵਿਗਿਆਨ ਵਿੱਚੋਂ ਘੱਟ ਹਨ। ਤੇ ਕਿਹਦੇ अंक ਘੱਟ ਹੈ? ਓਬਵੀਅਸ ਹੈ ਬੇਟਾ, ਜਿਸ ਦਾ ਇਹ ਲਾਲ ਕਲਰ ਹੈ ਤੇ ਰੈੱਡ ਰੰਗ ਹੈ ਕਿਹਦਾ? ਰੀਟਾ ਦਾ। ਇਹਦਾ मतलब ਰੀਟਾ ਦੇ अंक ਰਸਾਇਣਿਕ ਵਿਗਿਆਨ ਵਿੱਚ ਰੇਨੂ ਤੋਂ ਘੱਟ ਹਨ। ਠੀਕ ਹੈ ਬੇਟਾ, ਤੇ ਆਪਣਾ ਆਨਸਰ ਕੀ ਬਣ ਗਿਆ? किस दे अंक घट है? रीटा दे। रीटा दे अंक रेनू तो रसायनिक विज्ञान विच घट हैं। ठीक है बेटा, नैक्सट चलते हैं। 4 दी घात 3 गुणा 4 दी घात 6 ये कितना बनूगा बेटा? जदों आधार सेम हुंदा है, आधार इक्को वर्गा हुंदा है, ते घाता की हुंदी है बेटा? ऐड। जे विच की होवे? गुणा दा निशान। ठीक है बेटा, विच की होवे? गुणा दा निशान। ते हुण की बन गया? 4 दी घात कितनी बन गई? 3 ते 6 9। सी ऑप्शन इहदा बिल्कुल सही है। ठीक है बच्चे, नैक्सट चलते हैं। एक्स की घात 3 बराबर 27। एक्स के संभव मूल पता करो। एक्स की घात 3, 27 नूं किवें लिखांगे? 27 नूं किवें लिखांगे बेटा आपां? 3 की घात 3। ठीक है बेटा, ठीक है, तो की बन गया? एक्स की घात 3 माइनस 3 की घात 3 बराबर 0। ए क्यूब माइनस बी क्यूब बराबर 0। ਇਹਦਾ ਫਾਰਮੂਲਾ ਕੀ ਹੁੰਦਾ ਹੈ? a माइनस b a स्क्वेयर प्लस ए बी प्लस बी स्क्वेयर इक्वल्स टू 0। ठीक है बेटा, तो बेटा जदों आप x माइनस 3 नूं बराबर 0 लिखांगे तो अपने को x का मूल कितना आएगा? 3। ठीक है बेटा, हुण जदों आपां इस नूं सॉल्व करांगे तो बेटा जिहड़ा अपना आंसर है वो की आऊगा? वो वास्तविक नहीं आना, जिहड़ा आपां अगे जाके पढ़ांगे। ठीक है बेटा, तो तुसी इसलिए इहदा आंसर की लिखना है? x इक्वल्स टू 3। की लिखना है? x इक्वल्स टू 3। ठीक है बेटा, अपना आंसर की हो गया? सी ऑप्शन। बेटा इस क्वेश्चन नूं आपां एवें भी कर सकते हैं। हुण देखो 9 ਅਤੇ -9। देखो आप 9 की घात 3 करांगे। 9 ਨੂੰ ਜਦੋਂ ਆਪਾਂ 3 ਵਾਰਾ ਗੁਣਾ ਕਰਦੇ ਹਾਂ ਤੇ ਕਿੰਨਾ ਆਉਂਦਾ? 729। ਤੇ 27 ਤਾਂ ਬੇਟਾ ਪੋਸੀਬਲ ਹੀ ਨਹੀਂ ਹੈ ਨਾ। ਇਸੇ ਤਰ੍ਹਾਂ ਆਪਾਂ -9 ਨੂੰ ਕਰਾਂਗੇ ਤਾਂ ਵੀ ਨਹੀਂ ਪੋਸੀਬਲ, ਖਤਮ ਕਰ ਦਾਂਗੇ ਇਹਨੂੰ, ਹੈ ਨਾ ਬੇਟਾ। ਅਗਲਾ ਆਪਾਂ ਕਰਕੇ ਦੇਖਦੇ ਹਾਂ 3 ਤੇ -3। ਜਦੋਂ ਆਪਾਂ 3 ਕਰਦੇ ਹਾਂ ਬੇਟਾ, 3 ਨੂੰ 3 ਵਾਰ ਗੁਣਾ ਕਰਦੇ ਹਾਂ 27 ਆਉਂਦਾ ਹੈ ਨਾ। ਜਦੋਂ ਆਪਾਂ -3 ਨੂੰ 3 ਵਾਰ ਗੁਣਾ ਕਰਦੇ ਹਾਂ, ਹੁਣ देखो -3 -3 -3 की बनया? -3 -3 -3 कितना बन गया? छोटा करके लिखते हैं बेटा थोड़ा जा इनू। -3 -3 3 ते 9 9 ते 27। निशान देखो कितना बन रहा है?
3 ਵਾਰ ਆ ਰਹੇ ਨਾ ਮਾਈਨਸ ਦਾ ਨਿਸ਼ਾਨ ਤੇ ਮਾਈਨਸ 27 ਆਪਣੇ ਕੋਲ ਤਾਂ ਬੇਟਾ 27 ਹੈ। ਇਹਦਾ ਮਤਲਬ ਇਹ ਵੀ ਨਹੀਂ ਪੋਸੀਬਲ, ਆ ਵੀ ਨਹੀਂ ਪੋਸੀਬਲ। ਠੀਕ ਹੈ, ਨੈਕਸਟ ਚੱਲਦੇ ਹਾਂ। ਕੇਵਲ 3 ਨਾਲ ਤਾਂ ਬੇਟਾ ਆਪਣੇ ਕੋਲ 27 ਆ ਹੀ ਗਿਆ ਸੀ ਨਾ, ਜਦੋਂ ਆਪਾਂ ਇੱਥੇ ਲਿਖਿਆ ਸੀਗਾ 3 ਦੀ ਘਾਤ 3 ਬਰਾਬਰ 27। ਠੀਕ ਹੈ, ਠੀਕ ਹੈ ਬੇਟਾ, ਇਸ ਕਰਕੇ ਆਪਣਾ ਇੱਥੇ ਸੀ ਓਪਸ਼ਨ ਬਿਲਕੁਲ ਠੀਕ ਹੈ। ਆਪਾਂ ਨੈਕਸਟ ਓਪਸ਼ਨ ਵੀ ਪੜ੍ਹ ਕੇ ਦੇਖ ਲੈਂਦੇ ਹਾਂ। ਨੈਕਸਟ ਕੀ ਹੈ, ਕੇਵਲ -3 -3 ਨੂੰ ਤਾਂ ਬੇਟਾ ਜਦੋਂ ਆਪਾਂ ਕੀਤਾ ਹੀ ਸੀ ਉਹ ਕਿੰਨਾ ਆਇਆ ਸੀ -27, ਅਤੇ ਇਹਦਾ ਮਤਲਬ ਉਹ ਤਾਂ ਸੀਗਾ ਹੀ ਨਹੀਂ ਨਾ, -27 ਤਾਂ ਸੀ ਹੀ ਨਹੀਂ, ਇਸ ਲਈ ਆਪਣਾ ਸੀ ਓਪਸ਼ਨ ਇੱਥੇ ਬਿਲਕੁਲ ਠੀਕ ਹੈ। ਠੀਕ ਹੈ ਬੇਟਾ, ਸੀ ਓਪਸ਼ਨ ਇਹਦਾ ਬਿਲਕੁਲ ਸਹੀ ਜਵਾਬ ਹੈ। ਇਸ ਨੂੰ ਭਾਵੇਂ ਤਾਂ ਬੇਟਾ ਤੁਸੀਂ ਉਵੇਂ ਕਰ ਸਕਦੇ ਹੋ ਜਿਵੇਂ ਆਪਾਂ ਹੁਣੇ ਕੀਤਾ ਸੀਗਾ, ਇਸ ਤਰੀਕੇ ਨਾਲ, ਹੈ ਨਾ, ਅਤੇ ਇਸ ਨੂੰ ਭਾਵੇਂ ਤੁਸੀਂ ਇਸ ਤਰੀਕੇ ਨਾਲ ਵੀ ਕਰ ਲਓ ਕਿ ਵੈਲਿਊਜ਼ ਪੁੱਟ ਕਰ ਕਰਕੇ ਦੇਖ ਲਓ ਅਤੇ ਕਿਹਦੇ ਲਈ ਆਪਣੇ ਕੋਲ ਸੈਟਿਸਫਾਈ ਹੁੰਦਾ ਹੈ। ਓਕੇ ਬੇਟਾ, ਇਸ ਤਰੀਕੇ ਨਾਲ ਤੁਸੀਂ ਸਾਰੇ ਕੁਐਸਚਨਸ ਕਰਨੇ ਹੈ। ਠੀਕ ਹੈ, ਸੈਂਪਲ ਪੇਪਰ ਦੇ ਸਾਰੇ ਕੁਐਸਚਨਸ ਧਿਆਨ ਨਾਲ ਦੇਖਣੇ ਹੈ, ਸਮਝਣੇ ਹੈ, ਅਤੇ ਫਿਰ ਉਸ ਤੋਂ ਬਾਅਦ ਆਪਣਾ ਪੈਸ ਦਾ ਪੇਪਰ ਤੁਸੀਂ ਅਟੈਂਪਟ ਕਰਨਾ ਹੈ। ਓਕੇ ਬੇਟਾ, ਆਲ ਦ ਬੈਸਟ ਬੱਚਿਓ।